ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਤੁਹਾਡੇ ਆਪਣੇ ਐਗਜ਼ਾਮ ਚਾਹੇ ਪੀਐਸਟੈਟ ਹੋਵੇ ਜਾਂ ਸੀਟੈਟ ਹੋਵੇ ਜਾਂ ਫਿਰ ਐਚਟੈਟ ਹੋਵੇ ਉਸ ਦੀ ਤਿਆਰੀ ਜੋ ਹੈ ਉਹ ਵੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਇੰਗਲਿਸ਼ ਪੈਡਾਗੋਜੀ ਨੂੰ ਦੁਬਾਰਾ ਤੋਂ ਕੰਟੀਨਿਊ ਕਰਾਂਗੇ। ਹਾਲਾਂਕਿ ਜੋ ਆਪਣਾ ਇੰਗਲਿਸ਼ ਪੈਡਾਗੋਜੀ ਦਾ ਕੰਪਲੀਟ ਸਿਲੇਬਸ ਹੈ ਜੀ ਉਸਨੂੰ ਅਸੀਂ 11 ਵੀਡੀਓਜ਼ ਦੇ ਵਿੱਚ ਪਹਿਲੇ 11 ਪਾਰਟ ਦੇ ਵਿੱਚ ਕਵਰ ਕਰ ਚੁੱਕੇ ਹਾਂ ਪ੍ਰੋਪਰ ਵੇ ਦੇ ਨਾਲ। ਅਗਰ ਤੁਸੀਂ ਪਹਿਲੇ 11 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਕਹ ਲਓ ਵੀਡੀਓਜ਼ ਦਾ ਲਿੰਕ ਆ ਰਿਹਾ ਹੋਏਗਾ, ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਹ ਇੰਗਲਿਸ਼ ਪੈਡਾਗੋਜੀ ਦਾ ਸਾਡਾ ਅੱਜ ਦਾ 12ਵਾਂ ਪਾਰਟ ਹੈ ਜੀ। ਇਸ ਤੋਂ ਬਾਅਦ ਸਿਲੇਬਸ ਸਾਡਾ ਕੰਪਲੀਟ ਹੈ, ਬਸ ਅਸੀਂ ਕੁਝ ਇੰਪੋਰਟੈਂਟ 50 ਤੋਂ ਲੈ ਕੇ 100 ਦੇ ਵਿਚਕਾਰ ਜੋ ਇੰਗਲਿਸ਼ ਪੈਡਾਗੋਜੀ ਦੇ ਐਮਸੀਕਿਊ ਨੇ, ਇੰਪੋਰਟੈਂਟ ਐਮਸੀਕਿਊ ਨੇ, ਜੋ ਕਿ ਅਸੀਂ ਰੈਗੂਲਰ ਕਲਾਸ ਦੇ ਦੌਰਾਨ ਪਹਿਲੇ 11 ਪਾਰਟਾਂ ਦੇ ਵਿੱਚ ਵੀ ਡਿਸਕਸ ਨਹੀਂ ਕੀਤੇ। ਉਹਨਾਂ ਤੋਂ ਇਲਾਵਾ ਜੋ ਹੋਰ ਇੰਪੋਰਟੈਂਟ ਐਮਸੀਕਿਊ ਨੇ, ਠੀਕ ਹੈ, ਉੱਥੇ ਅਸੀਂ ਥਿਊਰੀ ਦੇ ਨਾਲ ਬਹੁਤੇ ਐਮਸੀਕਿਊ ਡਿਸਕਸ ਵੀ ਕਰ ਚੁੱਕੇ ਹਾਂ। ਸੋ ਉਹਨਾਂ ਤੋਂ ਇਲਾਵਾ ਜੋ ਹੋਰ ਇੰਪੋਰਟੈਂਟ 50 ਤੋਂ 100 ਐਮਸੀਕਿਊ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਸੋ ਉਸ ਲੜੀ ਦੇ ਵਿੱਚ ਆਪਣਾ ਪਹਿਲਾ ਐਮਸੀਕਿਊ ਆਪਾਂ ਸਟਾਰਟ ਕਰਾਂਗੇ ਅੱਜ। ਸੋ ਇਸ ਦੇ ਨਾਲ ਹੀ ਸੀਡੀਪੀ ਦਾ ਆਪਣਾ ਕੰਪਲੀਟ ਕੋਰਸ ਹੈ ਜੀ 38 ਵੀਡੀਓਜ਼ ਦਾ, ਉਹਦਾ ਵੀ ਮੈਂ ਲਿੰਕ ਉੱਪਰ ਆਈ ਬਟਨ ਤੇ ਦੇ ਦਿਆਂਗਾ ਪਲੇਲਿਸਟ ਦਾ। ਇਸ ਤੋਂ ਇਲਾਵਾ 5 ਪਾਰਟ ਹੋਰ, ਮਤਲਬ ਟੋਟਲ 43 ਪਾਰਟ ਆਪਣੇ ਕਰੀਬ ਹੋ ਚੁੱਕੇ ਨੇ ਸੀਡੀਪੀ ਦੇ। ਈਵੀਐਸ ਵੀ ਆਪਣਾ ਕੰਪਲੀਟ ਹੀ ਹੋਣ ਵਾਲਾ, ਨਾਲ ਦੀ ਨਾਲ ਮੈਥਮੈਟਿਕਸ ਵੀ ਆਪਣਾ ਕੰਟੀਨਿਊ ਹੈ ਪੇਪਰ 1 ਐਂਡ ਪੇਪਰ 2 ਦੇ ਲਈ। ਸੋ ਬਹੁਤ ਸਾਰਾ ਪੋਰਸ਼ਨ ਇਸ ਚੈਨਲ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ, ਉਹ ਵੀ ਬਿਲਕੁਲ ਫ੍ਰੀ ਆਫ ਕਾਸਟ, ਠੀਕ ਹੈ ਜੀ। ਸੋ ਅਗਰ ਤੁਸੀਂ ਡਾਇਰੈਕਟ ਵੀਡੀਓ ਦੇਖ ਰਹੇ ਹੋ, ਹਾਲੇ ਤੱਕ ਉਹ ਵਾਲੇ ਪਾਰਟ ਨਹੀਂ ਦੇਖੇ ਤਾਂ ਜ਼ਰੂਰ ਦੇਖ ਸਕਦੇ ਹੋ ਚੈਨਲ ਤੇ ਜਾ ਕੇ। ਸੋ ਚਲੋ ਸਟਾਰਟ ਕਰਦੇ ਹਾਂ। ਬਿਲਕੁਲ 10 ਕੇ ਐਮਸੀਕਿਊ ਕਰਿਆ ਕਰਾਂਗੇ ਕਲਾਸ ਦੇ ਵਿੱਚ, 10 ਮਿੰਟ ਦੀ ਕਲਾਸ ਹੋਇਆ ਕਰੂ, ਫਟਾਫਟ ਕੰਪਲੀਟ ਕਰਦੇ ਹਾਂ। ਸੋ ਦਾ ਫਰਸਟ ਐਮਸੀਕਿਊ ਇਜ਼ ਅ ਟੈਸਟ ਆਫ ਲਿਸਨਿੰਗ ਕੰਪਰੀਹੈਂਸ਼ਨ ਇਜ਼ ਅ ਟੈਸਟ ਆਫ। ਇਹ ਆਪਸ਼ਨ ਹੈ ਰਿਸੈਪਟਿਵ ਸਕਿੱਲ, ਫਿਰ ਪ੍ਰੋਡਕਟਿਵ ਸਕਿੱਲ, ਫਿਰ ਹੀਅਰਿੰਗ ਸਕਿੱਲ, ਫਿਰ ਫੋਨੋਲੋਜੀ। ਸੋ ਕਹਿੰਦਾ ਜੋ ਲਿਸਨਿੰਗ ਕੰਪਰੀਹੈਂਸ਼ਨ ਹੈ ਨਾ, ਉਹ ਕਾਹਦਾ ਟੈਸਟ ਹੈ? ਇਜ਼ ਅ ਟੈਸਟ ਆਫ, ਜਿੱਥੇ ਸ਼ਬਦ ਆ ਗਿਆ ਲਿਸਨਿੰਗ, ਮਤਲਬ ਲੈਂਗੁਏਜ ਸਕਿੱਲ ਵਾਲੇ ਜਿਹੜਾ ਟੌਪਿਕ ਆਪਾਂ ਪੜ੍ਹਿਆ ਸੀ ਪਾਰਟ 1 ਤੇ ਪਾਰਟ 2 ਦੇ ਵਿੱਚ, ਉਹਦੇ ਵਿੱਚ ਇਹ ਕੁਐਸਚਨ ਹੈ। ਤਾਂ ਆਪਾਂ ਉੱਥੇ ਜੋ 4 ਸਕਿੱਲਸ ਪੜ੍ਹੀਆਂ ਸੀਗੀਆਂ, LSRW, ਹੈ ਨਾ, ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ, ਇਹ ਚੀਜ਼ਾਂ ਪੜ੍ਹੀਆਂ ਹੋਈਆਂ ਆਪਾਂ। ਤਾਂ ਉਹਦੇ ਵਿੱਚੋਂ ਜੋ ਲਿਸਨਿੰਗ ਸੀ ਨਾ, ਲਿਸਨਿੰਗ ਸੀ, ਇੱਕ ਰੀਡਿੰਗ ਸੀ। ਲਿਸਨਿੰਗ ਐਂਡ ਰੀਡਿੰਗ ਇਹ ਕਿਹੜੀਆਂ ਸਕਿੱਲ ਸੀ ਜੀ? ਇਹ ਰਿਸੈਪਟਿਵ ਸਕਿੱਲ ਸੀ, ਰਿਸੈਪਟਿਵ ਸਕਿੱਲ। ਕਿਉਂਕਿ ਜਦੋਂ ਤੁਸੀਂ ਕਿਸੇ ਤੋਂ ਕੁਝ ਸੁਣਦੇ ਹੋ, ਮੈਂ ਬੋਲੀ ਜਾ ਰਿਹਾ, ਤੁਸੀਂ ਸੁਣੀ ਜਾ ਰਹੇ ਹੋ, ਹੈ ਨਾ, ਤਾਂ ਤੁਸੀਂ ਜੋ ਚੀਜ਼ ਹੈ ਉਹ ਰਿਸੀਵ ਕਰ ਰਹੇ ਹੋ, ਤਾਂ ਕਰਕੇ ਰਿਸੈਪਟਿਵ ਸਕਿੱਲ। ਸਿਮਿਲਰਲੀ ਕੋਈ ਰੀਡ ਕਰ ਰਿਹਾ ਹੈਗਾ ਤਾਂ ਵੀ ਤੁਸੀਂ ਸੁਣਦੇ ਪਏ ਹੋ, ਰਿਸੈਪਟਿਵ ਸਕਿੱਲ। ਸੋ ਮੈਂ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਜਾਊਂਗਾ। ਇਸ ਤੋਂ ਇਲਾਵਾ SNW ਮਤਲਬ ਸਪੀਕਿੰਗ ਐਂਡ ਜੋ ਰਾਈਟਿੰਗ ਸੀ, ਉਹਨਾਂ ਨੂੰ ਆਪਾਂ ਕੀ ਪੜ੍ਹਿਆ ਸੀ ਜੀ? ਪ੍ਰੋਡਕਟਿਵ ਸਕਿੱਲ। ਸੋ ਅਗਰ ਤੁਸੀਂ ਇਹ ਵਾਲਾ ਜੋ ਕੰਸੈਪਟ ਹੈ ਪ੍ਰੋਡਕਟਿਵ ਜਾਂ ਐਕਟਿਵ ਸਕਿੱਲਸ, ਪ੍ਰੋਡਕਟਿਵ ਸਕਿੱਲਸ, ਸੋ ਇਹ ਵਾਲਾ ਕੰਸੈਪਟ ਅਗਰ ਤੁਸੀਂ ਲਾਓਗੇ ਤਾਂ ਇਹਨਾਂ ਨੇ ਪੁੱਛਿਆ ਲਿਸਨਿੰਗ ਕੰਪਰੀਹੈਂਸ਼ਨ, ਹੈ ਨਾ, ਲਿਸਨਿੰਗ ਆ ਗਿਆ। ਦੇਖੋ ਲਿਸਨਿੰਗ ਇੰਪੋਰਟੈਂਟ ਵਰਡ ਹੈ ਇੱਥੇ, ਕੰਪਰੀਹੈਂਸ਼ਨ ਤਾਂ ਕਾਹਦਾ ਟੈਸਟ ਹੈ ਜੀ? ਕਿਹੜੀ ਸਕਿੱਲ ਦਾ ਟੈਸਟ ਹੈ? ਤਾਂ ਸਕਿੱਲ ਦੇ ਵਿੱਚ ਹੀ ਆਨਸਰ ਆਉਣਾ ਆਪਣਾ, ਕਿਉਂਕਿ ਫੋਨੋਲੋਜੀ ਇਜ਼ ਦਾ ਸਟੱਡੀ ਆਫ ਸਾਊਂਡ, ਇਹ ਤਾਂ ਬਿਲਕੁਲ ਅਲੱਗ ਆ ਗਿਆ ਜੀ, ਇਹਦਾ ਅਲੱਗ ਹੀ ਕੰਸੈਪਟ ਆ ਗਿਆ। ਤਾਂ ਲਿਸਨਿੰਗ ਆ ਗਿਆ, ਤਾਂ ਕਰਕੇ ਕਿਹੜੀ ਸਕਿੱਲ ਹੈ ਜੀ? ਰਿਸੈਪਟਿਵ ਸਕਿੱਲ। ਸੋ ਆਪਸ਼ਨ ਏ ਜਿਹੜਾ ਹੈਗਾ ਉਹ ਕਰੈਕਟ ਆਏਗਾ ਫॉर ਦਾ ਕੁਐਸਚਨ ਨੰਬਰ 1। ਸੋ ਮੇਰੇ ਤੋਂ ਪਹਿਲਾਂ ਇੱਕ ਵਾਰ ਤੁਸੀਂ ਜਰੂਰ ਸੋਲਵ ਕਰ ਲੈਣੇ ਨੇ ਤੇ ਲਾਸਟ ਤੇ ਮੈਨੂੰ ਦੱਸਣਾ ਜ਼ਰੂਰ ਹੈ ਕਿ ਕਿੰਨੇ ਕੁ ਤੁਹਾਡੇ ਜਿਹੜੇ ਨੰਬਰ ਬਣੇ ਨੇ। ਇਹ ਵੀਡੀਓ ਮੈਂ ਬਹੁਤ ਜ਼ਿਆਦਾ ਲੰਬੀ ਨਹੀਂ ਕਰੂੰਗਾ, ਬਹੁਤ ਜਲਦੀ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਚੀਜ਼ਾਂ ਨੂੰ, ਕਿਉਂਕਿ ਬਾਕੀ ਤਾਂ ਆਪਾਂ ਸਾਰਾ ਕੁਝ ਜਿਹੜਾ ਹੈਗਾ ਉਹ ਇੰਗਲਿਸ਼ ਪੈਡਾਗੋਜੀ ਦੇ ਪਹਿਲੇ 11 ਪਾਰਟ ਦੇ ਵਿੱਚ ਕਵਰ ਕਰ ਹੀ ਆਏ ਆ। ਸੋ ਕੁਐਸਚਨ ਨੰਬਰ 2, ਬ੍ਰੇਨਸਟਾਰਮਿੰਗ ਮੀਨਸ। ਬ੍ਰੇਨਸਟਾਰਮਿੰਗ ਬੜਾ ਇੰਪੋਰਟੈਂਟ ਕੰਸੈਪਟ ਹੈ, ਸੀਡੀਪੀ ਦੇ ਵਿੱਚ ਵੀ ਆਉਂਦਾ ਆਪਾਂ ਨੂੰ, ਠੀਕ ਹੈ, ਬ੍ਰੇਨਸਟਾਰਮਿੰਗ। ਅਤੇ ਕੁਐਸਚਨ ਜਿਹੜਾ ਹੈਗਾ ਆਪਾਂ ਨੂੰ ਇੰਗਲਿਸ਼ ਪੈਡਾਗੋਜੀ ਦੇ ਵਿੱਚ ਵੀ ਆਇਆ ਹੋਏਗਾ। ਸੋ ਬ੍ਰੇਨਸਟਾਰਮਿੰਗ ਆਪਾਂ ਸੀਡੀਪੀ ਦੇ ਵਿੱਚ ਪੜ੍ਹ ਕੇ ਆਏ ਆ, ਇੱਕ ਤਰ੍ਹਾਂ ਦਾ ਜੀ ਟੈਕਨੀਕ ਹੁੰਦੀ ਹੈ ਜਿਹੜੀ ਕਿ ਇਨਹਾਂਸ ਕਰਦੀ ਹੈ। ਇਨਹਾਂਸ ਕਰਨ ਦਾ ਮਤਲਬ ਹੈਗਾ ਵਧਾਉਂਦੀ ਹੈ ਕਿਸ ਨੂੰ ਜੀ? ਕ੍ਰੀਏਟਿਵ ਥਿੰਕਿੰਗ ਨੂੰ, ਹੈ ਨਾ, ਕ੍ਰੀਏਟਿਵਿਟੀ ਨੂੰ, ਠੀਕ ਹੈ। ਕ੍ਰੀਏਟਿਵਿਟੀ ਅਬ ਡਿਟੇਲ 'ਚ ਹੋ ਗਿਆ, ਹੁਣ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰੂੰਗਾ। ਸੋ ਕ੍ਰੀਏਟਿਵਿਟੀ ਨੂੰ ਜਿਹੜੀ ਚੀਜ਼ ਵਧਾਵੇ, ਹੈ ਨਾ, ਜਿਹੜਾ ਮੈਥਡ ਉਹਨੂੰ ਜ਼ਿਆਦਾ ਕਰਨ ਦੇ ਵਿੱਚ ਮਦਦ ਕਰਦਾ, ਉਹਨੂੰ ਬੋਲਦੇ ਆ ਬ੍ਰੇਨਸਟਾਰਮਿੰਗ। ਸੋ ਇੱਥੇ ਇਨਹਾਂਸ ਕ੍ਰੀਏਟਿਵਿਟੀ ਤਾਂ ਕਿਤੇ ਨਹੀਂ ਲਿਖਿਆ, ਸੋ ਆਪਾਂ ਇਹਨਾਂ ਆਪਸ਼ਨ ਦੇ ਵਿੱਚੋਂ ਹੀ ਇੱਕ ਸਿਲੈਕਟ ਕਰਨਾ ਜੋ ਕਿ ਸਹੀ ਹੋਏਗਾ। ਪਹਿਲੀ ਆਪਸ਼ਨ ਦੇਖਦੇ ਹਾਂ, ਟੂ ਡੂ ਸਮ ਮੈਂਟਲ ਐਕਸਰਸਾਈਜ਼, ਦਿਮਾਗੀ ਕੋਈ ਕਸਰਤ ਕਰਨੀ, ਠੀਕ ਹੈ ਜੀ। ਟੂ ਕਲੈਕਟ ਆਲ ਆਈਡੀਆਜ਼, ਆਲ ਕਾइंड ऑफ आइडियाज ऑन अ टॉपिक। सी ऑप्शन टू मेक एफर्ट टू अंडरस्टैंड समथिंग। डी ऑप्शन टू गिव सम काइंड ऑफ स्टिमुलस टू द ब्रेन। ਸੋ ਦੇਖਣ ਦੇ ਵਿੱਚ ਹੋ ਸਕਦਾ ਤੁਹਾਨੂੰ ਇਦਾਂ ਲੱਗ ਰਿਹਾ ਹੋਵੇ ਕਿ ਸਾਰੇ ਹੀ ਆਪਸ਼ਨ ਇੱਕ ਦੂਜੇ ਨਾਲ ਰਿਲੇਟਡ ਨੇ, ਜਾਂ ਕਹ ਲਓ ਬ੍ਰੇਨ ਨਾਲ, ਮੈਂਟਲ ਨਾਲ, ਹੈ ਨਾ, ਮੈਂਟਲ ਐਕਸਰਸਾਈਜ਼, ਸਭ ਕੁਝ ਮਤਲਬ ਬ੍ਰੇਨ ਦੇ ਨਾਲ ਹੀ ਰਿਲੇਟਡ ਹੈਗਾ।
ਪਰ ਅਗਰ ਤੁਸੀਂ ਬ੍ਰੇਨਸਟਾਰਮਿੰਗ ਨੂੰ ਧਿਆਨ ਨਾਲ ਸਮਝਿਆ ਹੋਇਆ ਤਾਂ 2-3 ਟੌਪਿਕ ਪੁਆਇੰਟ ਬੜੇ ਇੰਪੋਰਟੈਂਟ ਨੇ ਇਹਦੇ ਵਿੱਚੋਂ। ਇੱਕ ਤਾਂ ਕਿ ਬ੍ਰੇਨਸਟਾਰਮਿੰਗ ਕ੍ਰੀਏਟੀਵਿਟੀ ਨੂੰ ਵਧਾਉਂਦਾ ਹੈਗਾ, ਠੀਕ ਹੈ ਜੀ। ਦੂਸਰਾ ਇਹਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਲਈ ਸੀ ਸੀਡੀਪੀ ਦੀ ਕਿਸੇ ਕਲਾਸ ਦੇ ਵਿੱਚ ਜਦੋਂ ਦੱਸਿਆ ਸੀਗਾ ਕਿ ਇਹਦੇ ਵਿੱਚ ਇਹ ਮੰਨੋ ਕਿ ਆਪਾਂ ਮੰਨ ਲਓ ਕੋਈ ਪ੍ਰੋਬਲਮ ਆ ਗਈ ਤਾਂ ਪਰਿਵਾਰ ਦੇ ਸਾਰੇ ਮੈਂਬਰ ਬੈਠ ਗਏ ਜੀ ਇਕੱਠੇ ਹੋ ਕੇ, ਤਾਂ ਉਸ ਪ੍ਰੋਬਲਮ ਦੇ ਪ੍ਰਤੀ ਉਹ ਆਪਣੇ ਅਲੱਗ-ਅਲੱਗ ਸੋਲੂਸ਼ਨ ਦੇਣ ਲੱਗ ਗਏ, ਹਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨਸਟਾਰਮਿੰਗ ਹੀ ਹੁੰਦੀ ਹੈ, ਮਤਲਬ ਟੂ ਪ੍ਰੋਵਾਈਡ ਦਾ ਡਿਫਰੈਂਟ ਕਾਈਂਡ ਆਫ ਆਈਡੀਆਜ਼ ਔਨ ਸਮ ਟੌਪਿਕ। ਸੋ ਦੇਖੋ ਇਹ ਆਪਸ਼ਨ ਕਿੱਥੇ ਹੈਗੀ। ਸੋ ਬੀ ਆਪਸ਼ਨ ਨੂੰ ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਇੱਥੇ ਲਿਖਿਆ ਹੋਇਆ ਟੂ ਕਲੈਕਟ ऑल काइंड ऑफ आइडियाज, है ना, मतलब सारे तरह के आइडिया सुनने ऑन अ टॉपिक, किसी एक विशेष टॉपिक ऊपर सारे प्रकार के आइडिए इकट्ठे करने। जिवें आप एग्जाम्पल लईए एक प्रॉब्लम आ गई, ठीक है, ਉਹਦੇ ਸੋਲੂਸ਼ਨ ਲਈ ਵੱਖ-ਵੱਖ ਤਰ੍ਹਾਂ ਦੇ ਆਪਾਂ ਆਈਡੀਆ ਇਕੱਠੇ ਕਰਦੇ ਆ। ਸੋ ਇਹ ਵੀ ਇੱਕ ਤਰ੍ਹਾਂ ਦੀ ਕੀ ਹੁੰਦੀ ਹੈ, ਬ੍ਰੇਨਸਟਾਰਮਿੰਗ। ਸੋ ਇਦਾਂ ਡਿਸਕਸ਼ਨ ਦੇ ਨਾਲ ਜੋ ਕ੍ਰੀਏਟੀਵਿਟੀ ਆ ਉਹ ਵੀ ਵੱਧਦੀ ਹੈ। ਸੋ ਇੱਥੇ ਰਾਈਟ ਆਨਸਰ ਕੀ ਆਊਗਾ ਜੀ, ਆਪਸ਼ਨ ਬੀ। हाँ जी, नैक्सट आप करते हैं क्वेश्चन नंबर 3rd। सो क्वेश्चन विच हैगा द मैथड ऑफ टीचिंग इंग्लिश अडॉप्टेड एट प्रेजेंट इन स्कूल करिकुलम इज। कहते जो मैथड ऑफ टीचिंग इंग्लिश है, मतलब इंग्लिश पढ़ाने का जो मैथड है जो कि अडॉप्ट किया होया इन प्रेजेंट स्कूल करिकुलम दे विच, है ना। हुण जिवें स्कूलों का करिकुलम बनया होया उहदे विच जो इंग्लिश पढ़ाने का तरीका हैगा तो किहदे उपर बेस्ड है, किहदे उपर बेस्ड है। सो काफ़ी तरह की अप्रोच तुहानूं दसियां होईयां ने। सो मैथड्स एंड अप्रोचेस असीं कर चुके हैं। सो इहदे विच देखो ए ऑप्शन, अगर तुसीं लास्ट क्लास भी देखी हो ना, उहदे विच भी असीं फॉर्मल एंड फंक्शनल ग्रामर ग्रामर वाले टॉपिक नाल भी रिलेट करके तुसीं जिहड़ा इस क्वेश्चन का जिहड़ा आंसर है वो बड़े ईजिली दे सकते हो, जां अप्रोच वाली क्लास दे नाल भी तुसीं जा सकते हो। सो किहड़ा मैथड है जी, ए ऑप्शन है फंक्शनल कम्युनिकेटिव अप्रोच, बी ऑप्शन है फंक्शन करैक्टिव अप्रोच, फिर फिगरेटिव कॉम्प्रीहेंसिव अप्रोच, फिर फॉर्मेटिव कोरिलेशन अप्रोच। देखो ध्यान नाल पहली गल तो देखो जी फंक्शनल आऊगा इहदे विच, है ना, क्योंकि अगर आप वैसे भी देखिए जो ग्रामर पढ़ाने का तरीका भी देखिए तो किहड़ा ज़्यादा बैटर है जी, फंक्शनल ग्रामर वाला, ठीक है, जिहड़ा मॉडर्न आ गया जिहदा आपां डिस्कस कीता सी 11वें पार्ट दे विच। तां देखो पहला सी ते डी ऑप्शन तो आ नहीं सकते, फिर ਤਾਂ अगर ए दे विच देखिए तो फंक्शनल लिखिया, बी दे विच फंक्शन लिखिया, उस तो बाद देखो की लिखिया होया करैक्टिव, बट करैक्टिव नहीं कम्युनिकेटिव आऊगा जी, ठीक है, क्योंकि कम्युनिकेशन ही इंपॉर्टेंट है। लैंग्वेज का मेन मकसद ही है कि आप एक दूजे की जो गल है वो समझ सकीए प्रॉपर वे दे नाल। सो ਇਹਦਾ ਰਾਈਟ ਆਨਸਰ ਕੀ ਆਊਗਾ, ਚਾਹੇ ਤੁਸੀਂ ਅਪਰੋਚ ਵਾਲੀ ਕਲਾਸ ਨਾਲ ਚਲੇ ਜਾਓ, ਚਾਹੇ ਤੁਸੀਂ ਲਾਸਟ ਕਲਾਸ ਨਾਲ ਚਲੇ ਜਾਓ ਜਿੱਥੇ ਫਾਰਮਲ ਐਂਡ ਫੰਕਸ਼ਨਲ ਗ੍ਰਾਮਰ ਦੇ ਵਿੱਚ ਬਾਰੇ ਆਪਾਂ ਡਿਸਕਸ ਕੀਤਾ ਸੀ। ਸੋ ਦਾ ਉਹਦੇ ਅਕੋਰਡਿੰਗ ਜੋ ਰਾਈਟ ਆਨਸਰ ਆਊਗਾ ਉਹ ਆਊਗਾ ਜੀ ਫੰਕਸ਼ਨਲ ਕਮਿਊਨੀਕੇਟਿਵ ਅਪਰੋਚ, ਆਪਸ਼ਨ ਏ। ਇਸ ਤੋਂ ਬਾਅਦ ਬੜਾ ਇੰਪੋਰਟੈਂਟ ਕੁਐਸਚਨ ਹੈ ਆਈਐਮਪੀ। ਇਦਾਂ ਦਾ ਕੁਐਸਚਨ ਤੁਹਾਨੂੰ ਚਾਹੇ ਮੈਥ ਦੇ ਵਿੱਚ ਦੇਖਣ ਨੂੰ ਮਿਲੇ, ਚਾਹੇ ਈਵੀਐਸ ਦੇ ਵਿੱਚ, ਹਨਾ, ਚਾਹੇ ਐਸਐਸਟੀ ਵਾਲਿਆਂ ਨੂੰ ਦੇਖਣ ਨੂੰ ਮਿਲੇ, ਮਤਲਬ ਕੋਈ ਮਰਜ਼ੀ ਵਿਸ਼ਾ ਹੋਵੇ, ਬਟ ਕੁਐਸਚਨ ਟੌਪਿਕ ਬੜਾ ਇੰਪੋਰਟੈਂਟ ਹੈ। 4th वन, जर्नी फ्रॉम एग्जाम्पल टू जनरलाइजेशन इज। देखो इतने शब्द आ गया जनरलाइजेशन, मतलब पहला तुसी एग्जाम्पल लैनी है, पहला तुसी उदाहरण लैनी है, उस तो बाद उन्होंने जनरलाइजेशन देनी है, मतलब रूल्स बनाने ने इहदा बोलो, मतलब रूल्स बनाने ने। सो एग्जाम्पल तो जो असीं रूल वाल जाने जी, है ना, याद आ गया होना कि सब तो बेस्ट मैथड तो यही है कि पहला बच्चों को एग्जाम्पल्स दिओ, जिवें मैथमैटिक्स दे विच बहुत सारे फॉर्मूले हुंदे ने, तां उन्हां नूं रटाओ ना, ठीक है, पहला उन्हां दियां कुछ सवाल लैके कुछ सम लैके उन्होंने सॉल्व करवाओ, ठीक है, फिर एक जनरलाइजेशन कड्डो, ਉਹੀ ਤੁਹਾਡਾ रूल होएगा ਤੇ ਉਹ ਬੱਚਿਆਂ ਨੂੰ ਦੱਸੋ। ਤਾਂ ਜਦੋਂ ਅਸੀਂ ਐਗਜ਼ਾਮਪਲ ਤੋਂ ਰੂਲਸ ਵੱਲ ਜਾਂਦੇ ਆ ਤਾਂ ਉਹਨੂੰ ਕਿਹੜਾ ਮੈਥਡ ਬੋਲਦੇ ਆ, ਇਹ ਆਪਸ਼ਨ ਡਿਡਕਟਿਵ, ਇਹ ਤਾਂ ਗਲਤ ਹੈ ਜੀ, ਕਿਉਂਕਿ ਡਿਡਕਟਿਵ ਨਹੀਂ ਆ ਸਕਦਾ। ਡਿਡਕਟਿਵ ਹੁੰਦਾ ਹੈ ਰੂਲ ਤੋਂ ਐਗਜ਼ਾਮਪਲ, ਉਸ ਤੋਂ ਬਾਅਦ ਇੰਡਕਟਿਵ ਬਿਲਕੁਲ ਸਹੀ ਹੈ, ਆਪਸ਼ਨ ਬੀ ਸਹੀ ਆਏਗਾ। ਇੰਸੀਡੈਂਟਲ ਕੁਝ ਨਹੀਂ ਹੁੰਦਾ, ਆਲ ਆਫ ਦਾ ਅਬਵ ਵੀ ਨਹੀਂ ਆ ਸਕਦਾ। ਸੋ ਦਾ ਰਾਈਟ ਆਨਸਰ ਫॉर ਕੁਐਸਚਨ ਨੰਬਰ 4 ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਦਾ ਰਾਈਟ ਆਨਸਰ ਕੀ ਆਊਗਾ ਜਦੋਂ ਅਸੀਂ ਐਗਜ਼ਾਮਪਲ ਤੋਂ ਰੂਲਸ ਵੱਲ ਜਾਂਦੇ ਆ, that is inductive method। हाँ जी, क्वेश्चन नंबर 5 देखते हैं आप। द स्टडी ऑफ वर्ड्स एंड देयर मीनिंग इज नोन एज, बड़ा इंपॉर्टेंट ये भी क्वेश्चन है। द जो कहते जो शब्द ने वर्ड्स ने उन्हां दी स्टडी एंड देयर मीनिंग, जो वर्ड्स ਦੇ मीनिंग ने उन्हां दी स्टडी ਨੂੰ ਕੀ ਬੋਲਦੇ ਆ, ਹੈ ਨਾ, ਬਹੁਤ ਵਾਰ ਆਪਾਂ ਇਹ क्वेश्चन कर चुके हैं। सो फोनेटिक्स ਦਾ फिर तो साउंड ਨਾਲ रिलेटेड ਇਹ नहीं आ सकता, सिंटैक्स नहीं आएगा, लिंग्विस्टिक्स नहीं आएगा। सो द इंपॉर्टेंट इज सिमेंटिक्स। ਸੋ ਸਿਮੈਂਟਿਕਸ ਨੂੰ ਅਸੀਂ ਕੀ ਕਾਦੇ ਨਾਲ ਰਿਲੇਟ ਕਰਦੇ ਹਾਂ ਜੀ, ਦ ਸਟੱਡੀ ਆਫ ਵਰਡਸ ਐਂਡ देयर मीनिंग इज नोन एज ਸਿਮੈਂਟਿਕਸ। ਬੜਾ ਇੰਪੋਰਟੈਂਟ ਕੁਐਸਚਨ ਹੈ ਵੀ। ਸੋ ਦ ਰਾਈਟ ਆਨਸਰ ਫॉर द क्वेश्चन नंबर 5 इज ऑप्शन डी।
सिक्स क्वेश्चन देखते हैं, विच वन ऑफ द फॉलोइंग इज नॉट अ लैंग्वेज कंपोनेंट। ਕਹਿੰਦੇ ਲੈਂਗੁਏਜ ਦੇ ਕੰਪੋਨੈਂਟ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ। ਵੈਸੇ ਤਾਂ ਜੋ ਮੇਨਲੀ ਲੈਂਗੁਏਜ ਕੰਪੋਨੈਂਟ ਹੁੰਦੇ ਨੇ ਬੜੇ ਹੁੰਦੇ ਨੇ, ਜਿਵੇਂ ਫੋਨੋਲੋਜੀ, ਮੋਰਫੋਲੋਜੀ, ਸਿੰਟੈਕਸ, ਸਿਮੈਂਟਿਕਸ, ਠੀਕ ਹੈ ਜੀ, ਇਹ ਸਾਰਾ ਕੁਝ ਲੈਂਗੁਏਜ ਦੇ ਕੰਪੋਨੈਂਟ ਆ ਜਾਂਦੇ ਨੇ। ਸੋ ਇਹਨਾਂ ਦੇ ਵਿੱਚੋਂ ਮਤਲਬ ਕਿਹੜਾ ਲੈਂਗੁਏਜ ਦਾ ਕੰਪੋਨੈਂਟ ਨਹੀਂ ਹੈਗਾ ਨਾ, ਅਗਰ ਆਪਾਂ ਵੈਸੇ ਹੀ ਦੇਖੀਏ ਗ੍ਰਾਮਰ, ਗ੍ਰਾਮਰ ਦਾ ਮੇਨ ਆ ਗਈ ਜੀ, ਹੈ ਨਾ, ਤਾਂ ਗ੍ਰਾਮਰ ਤਾਂ ਹੋਏਗੀ। ਉਸ ਤੋਂ ਬਾਅਦ ਸਪੀਚ, ਸਾਊਂਡ ਸਿਸਟਮ, ਸਪੀਚ ਮਤਲਬ ਬੋਲਚਾਲ ਆ ਗਿਆ, ਸਾਊਂਡ ਸਿਸਟਮ ਇਹ ਫੋਨੋਲੋਜੀ ਨਾਲ ਰਿਲੇਟਡ ਆ ਗਿਆ। ਸੋ ਇਹ ਚੀਜ਼ਾਂ ਵੀ ਹੋਣਗੀਆਂ। ਤਾਂ ਕਿਹੜਾ ਨਹੀਂ ਹੈਗਾ, ਤਾਂ ਮੈਨੂਸਕ੍ਰਿਪਟ ਨਹੀਂ ਹੈਗਾ ਜੀ। ਸੋ ਦਾ ਆਪਸ਼ਨ ਡੀ ਇਜ਼ ਦਾ ਕਰੈਕਟ ਵਨ। ਸੋ ਮੈਨੂਸਕ੍ਰਿਪਟ ਹੁੰਦਾ ਕੀ ਅਸਲ ਦੇ ਵਿੱਚ, ਦੇਖੋ ਪਿੱਛੇ ਸਕ੍ਰਿਪਟ ਲਿਖਿਆ ਹੋਇਆ, ਇਹਦਾ ਮਤਲਬ ਕੁਝ ਲਿਖਣਾ ਆਪਾਂ ਕਿਸੇ ਚੀਜ਼ ਦੇ ਬਾਰੇ, ਹੈ ਨਾ। ਜਦੋਂ ਕੋਈ ਡਾਕੂਮੈਂਟ ਹੋਵੇ, ਮੰਨ ਲਓ ਕੋਈ ਸਟੋਰੀ ਹੋਵੇ ਜਾਂ ਕੁਝ ਵੀ ਹੋਵੇ, ਠੀਕ ਹੈ, ਕੋਈ ਡਾਕੂਮੈਂਟ ਹੋਵੇ ਲਾਈਕ ਸਟੋਰੀ ਹੋਵੇ, ਇਜ਼ ਹੈਂਡ ਰਿਟਨ, ਮਤਲਬ ਉਹਨੂੰ ਹੱਥਾਂ ਦੇ ਨਾਲ ਆਪਾਂ ਲਿਖ ਰਹੇ ਹਾਂ, ਇਜ਼ ਹੈਂਡ ਰਿਟਨ, ਠੀਕ ਹੈ। ਇੱਥੇ ਮੈਂ ਲਿਖ ਦਿੰਦਾ ਜੀ ਫਟਾਫਟ, ਥੋੜਾ ਪੈਨਸਲ ਨਾਲ ਲਿਖਣਾ ਔਖਾ ਹੈਗਾ। ਜਦੋਂ ਵੀ ਕਿਸੇ ਡਾਕੂਮੈਂਟ ਨੂੰ ਆਪਾਂ ਹੈਂਡ ਰਿਟਨ ਮਤਲਬ ਹੱਥਾਂ ਵਗੈਰਾ ਦੇ ਨਾਲ ਲਿਖ ਰਹੇ ਹਾਂ, ਰੈਦਰ ਦੈਨ ਟਾਈਪਡ, ਰੈਦਰ ਦੈਨ ਟਾਈਪਡ, ਠੀਕ ਹੈ, ਟਾਈਪ ਵਗੈਰਾ ਨਹੀਂ ਕੀਤਾ ਜਾ ਰਿਹਾ, ਉਹਨੂੰ ਹੈਂਡਸ ਦੇ ਨਾਲ ਲਿਖਿਆ ਜਾ ਰਿਹਾ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ, ਮੈਨੂਸਕ੍ਰਿਪਟ। ਬਸ ਸਿੰਪਲ ਜਿਹਾ ਯਾਦ ਰੱਖਿਓ, ਜਦੋਂ ਕੋਈ ਡਾਕੂਮੈਂਟ ਹੈ, ਕੋਈ ਸਟੋਰੀ ਹੈ, ਕੁਝ ਵੀ ਹੈ, ਠੀਕ ਹੈ, ਉਹਨੂੰ ਹੈਂਡਸ ਦੇ ਨਾਲ ਲਿਖਿਆ ਜਾ ਰਿਹਾ, ਇੱਦਾਂ ਜਿਵੇਂ ਤੁਸੀਂ ਨੋਟਸ ਬਣਾ ਰਹੇ ਹੋਵੋਗੇ ਹੁਣ ਪੈਨ ਵਗੈਰਾ ਦੇ ਨਾਲ ਲਿਖ ਕੇ, ਤਾਂ ਉਹਨੂੰ ਅਸੀਂ ਬੋਲਦੇ ਹਾਂ ਮੈਨੂਸਕ੍ਰਿਪਟ। ਇਹਦੇ ਵਿੱਚ ਟਾਈਪਿੰਗ ਨਹੀਂ ਹੁੰਦੀ ਜੀ, ਹੈਂਡ ਰਿਟਨ ਹੁੰਦਾ ਹੈਗਾ। ਕੁਐਸਚਨ ਨੰਬਰ 7 ਦੇਖਦੇ ਹਾਂ। ਐਜ਼ ਅ ਲੈਂਗੁਏਜ ਟੀਚਰ ਟੂ ਇਨਸ਼ੋਰ ਮੈਕਸਿਮਮ ਪਾਰਟਿਸਿਪੇਸ਼ਨ ਆਫ ਅ ਸਟੂਡੈਂਟ ਇਨ ਅ ਕਲਾਸ, ਕਹਿੰਦਾ ਕੋਈ ਮਤਲਬ ਲੈਂਗੁਏਜ ਟੀਚਰ ਹੈ, ਲਾਈਕ ਕੋਈ ਇੰਗਲਿਸ਼ ਦਾ ਟੀਚਰ ਹੈ, ਪੰਜਾਬੀ ਦਾ ਟੀਚਰ ਹੈ, ਹਿੰਦੀ ਦਾ ਟੀਚਰ ਹੈ, ਕਿ ਉਹ ਚਾਹੁੰਦਾ ਕਿ ਉਹਦੀ ਕਲਾਸ ਦੇ ਵਿੱਚ ਜਿਹੜੇ ਬੱਚੇ ਨੇ ਉਹ ਮੈਕਸਿਮਮ ਜਿਹੜਾ ਪਾਰਟਿਸਿਪੇਸ਼ਨ ਕਰਨ, ਮਤਲਬ ਲਗਭਗ ਹਰ ਇੱਕ ਬੱਚਾ ਡਿਸਕਸ਼ਨ ਵਗੈਰਾ ਦੇ ਵਿੱਚ ਜਾਂ ਗੱਲਬਾਤ ਦੇ ਵਿੱਚ ਪਾਰਟਿਸਿਪੇਟ ਕਰੇ। ਵਿਚ ਆਫ ਦਾ ਫੋਲੋਇੰਗ ਮੈਥਡ ਆਫ ਟੀਚਿੰਗ ਵੁੱਡ ਯੂ ਅਡਾਪਟ, ਕਹਿੰਦਾ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਉਸ ਸਮੇਂ ਕਲਾਸ ਦੇ ਵਿੱਚ ਕਿਹੜਾ ਮੈਥਡ ਅਡਾਪਟ ਕਰੋਗੇ, ਠੀਕ ਹੈ, ਇਹ ਕੁਐਸਚਨ ਹੈਗਾ। ਸੋ ਇਹ ਆਪਸ਼ਨ ਹੈ, ਦੇਖੋ ਡੈਮੋਸਟ੍ਰੇਸ਼ਨ। ਡੈਮੋਸਟ੍ਰੇਸ਼ਨ ਦਾ ਮਤਲਬ ਕੁਝ ਸ਼ੋਅ ਕਰਨਾ, ਜਿਵੇਂ ਕਈ ਵਾਰ ਕੀ ਹੁੰਦਾ ਕਿ ਕੋਈ ਐਕਸਪੈਰੀਮੈਂਟ ਹੁੰਦਾ ਜੀ, ਹਨਾ, ਤਾਂ ਉਹ ਟੀਚਰ ਜਿਹੜਾ ਹੈਗਾ ਅੱਗੇ ਟੇਬਲ ਤੇ ਬੱਚਾ ਨੂੰ ਕਰਕੇ ਦਿਖਾ ਦਿੰਦਾ ਹੈਗਾ, ਡੈਮੋਸਟ੍ਰੇਟ ਕਰ ਦਿੰਦਾ ਉਹਨਾਂ ਨੂੰ। ਸੋ ਇਹ ਵਾਲੀ ਚੀਜ਼ ਹੋ ਗਈ। ਇਸ ਤੋਂ ਇਲਾਵਾ ਰੋਲ ਪਲੇ, ਠੀਕ ਹੈ, ਰੋਲ ਪਲੇ ਕਾਮਨ ਜੀ ਗੱਲ ਹੈਗੀ ਕਿ ਬੱਚੇ ਜਿਹੜੇ ਹੈਗੇ ਨੇ ਉਹ ਰੋਲ ਪਲੇ ਦੁਆਰਾ ਮਤਲਬ ਰੋਲ ਪਲੇ ਕਰਨਗੇ ਕਲਾਸ ਦੇ ਵਿੱਚ। ਉਸ ਤੋਂ ਬਾਅਦ ਡਿਸਕਸ਼ਨ ਆ ਗਈ। ਡਿਸਕਸ਼ਨ ਦਾ ਮਤਲਬ ਗੱਲਬਾਤ ਕਰਨੀ, ਆਬਵੀਅਸ ਜੀ ਗੱਲ ਹੈ, ਜਿਵੇਂ ਕਲਾਸਿਸ ਹੁੰਦੀਆਂ ਨੇ, ਕਈ ਵਾਰ ਆਪਾਂ ਕਿਸੇ ਬੱਚਿਆਂ ਨਾਲ ਕਿਸੇ ਟੌਪਿਕ ਤੇ ਡਿਸਕਸ ਕਰਨ ਲੱਗ ਜਾਂਦੇ ਆ, ਤਾਂ ਸਾਰੇ ਬੱਚੇ ਹੀ ਮਤਲਬ ਉਹਦੇ ਵਿੱਚ ਪਾਰਟਿਸਿਪੇਟ ਕਰਨ ਲੱਗ ਜਾਂਦੇ ਨੇ। ਡੀ ਹੈਗਾ ਆਲ ਆਫ ਦਾ ਅਬਵ। ਦੇਖੋ ਪਹਿਲੀ ਗੱਲ ਤਾਂ ਇੱਥੇ ਇਹ ਹੈ ਕਿ ਆਲ ਆਫ ਦਾ ਅਬਵ ਦੇਖ ਕੇ ਕਈ ਵਾਰ ਅਸੀਂ ਆਪਸ਼ਨ ਲਾ ਦਿੰਦੇ ਹਾਂ ਕਿ ਇਹੀ ਸਹੀ ਆਊਗਾ, ਪਰ ਉੱਪਰਲੇ ਅਗਰ ਤਿੰਨ ਨੂੰ ਦੇਖੀਏ ਤਾਂ ਤਿੰਨਾਂ ਦੀ ਵੇਟੇਜ ਇੱਕੋ ਜਿਹੀ ਨਹੀਂ ਹੈਗੀ ਜੀ, ਠੀਕ ਹੈ, ਸਾਰੇ ਮੈਥਡ ਕਲਾਸ ਦੇ ਵਿੱਚ ਲੱਗ ਸਕਦੇ ਆ, ਪਰ ਕਿਹੜੇ ਮੈਥਡ ਦੇ ਨਾਲ ਮੈਕਸਿਮਮ ਪਾਰਟਿਸਿਪੇਸ਼ਨ ਆਏਗੀ ਅਸੀਂ ਉਹ ਦੇਖਣਾਗਾ। ਉੱਪਰਲੇ ਤਿੰਨਾਂ ਦੇ ਵਿੱਚੋਂ ਕਿਹਦੀ ਵੇਟੇਜ ਜ਼ਿਆਦਾ ਹੋਏਗੀ, ਸੋ ਡੀ ਤਾਂ ਨਹੀਂ ਆਊਗਾ। ਡੈਮੋਸਟ੍ਰੇਸ਼ਨ ਨਾਲ ਸਿਰਫ ਇੱਕ ਜੋ ਡੈਮੋਸਟ੍ਰੇਟ ਕਰ ਰਿਹਾ ਹੋਊਗਾ, ਲਾਈਕ ਟੀਚਰ ਦੇ ਐਕਸਪੈਰੀਮੈਂਟ ਦੀ ਮੈਂ ਐਗਜ਼ਾਮਪਲ ਦਿੱਤੀ, ਤਾਂ ਉੱਥੇ ਇੱਕ ਅੱਧਾ ਜਾਣੀ ਐਕਟਿਵ ਹੁੰਦਾ, ਬਾਕੀ ਜ਼ਿਆਦਾ ਪਾਰਟਿਸਿਪੇਸ਼ਨ ਨਹੀਂ ਹੋਊਗਾ, ਸੋ ਡੈਮੋਸਟ੍ਰੇਸ਼ਨ ਨਹੀਂ ਆਊਗਾ। ਰੋਲ ਪਲੇ ਦੇ ਵਿੱਚ ਵੀ ਸਾਰੇ ਬੱਚੇ ਐਕਟਿਵ ਨਹੀਂ ਹੋਣਗੇ, ਸਾਰੇ ਬੱਚੇ ਪਾਰਟਿਸਿਪੇਟ ਨਹੀਂ ਕਰਨਗੇ, ਠੀਕ ਹੈ, ਨਾਰਮਲੀ ਘੱਟ ਕਰਦੇ ਨੇ, ਸਾਰੇ ਨਹੀਂ ਹੁੰਦਾ। ਪਰ ਡਿਸਕਸ਼ਨ ਇੱਕ ਇਦਾਂ ਦਾ ਟੌਪਿਕ ਹੈ, ਠੀਕ ਹੈ, ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ, ਮਤਲਬ ਡਿਸਕਸ਼ਨ ਕੀਤਾ ਜਾਂਦਾ, ਕਿਸੇ ਬੱਚਿਆਂ ਨੂੰ ਪੁੱਛਿਆ ਜਾਂਦਾ, ਉਹਨਾਂ ਦੀ ਰਾਏ ਲਈ ਜਾਂਦੀ ਹੈ, ਉਹਨਾਂ ਦੇ ਓਪੀਨੀਅਨ ਪੁੱਛੇ ਜਾਂਦੇ ਆ, ਤੇ ਇਸ ਕੇਸ ਦੇ ਵਿੱਚ ਸਾਰੇ ਹੀ ਪਾਰਟਿਸਿਪੇਟ ਕਰ ਲੈਂਦੇ ਨੇ, ਸਾਰੇ ਹੀ ਕੁਝ ਨਾ ਕੁਝ ਦੱਸਦੇ ਨੇ, ਸੋ ਪਾਰਟਿਸਿਪੇਸ਼ਨ ਜਿਹੜੀ ਉਹ ਮੈਕਸਿਮਮ ਹੋ ਜਾਂਦੀ ਹੈ। ਸੋ ਦਾ ਰਾਈਟ ਆਂਸਰ ਐਜ਼ ਪਰ ਸਟੇਟਮੈਂਟ ਇਜ਼ ਆਪਸ਼ਨ ਸੀ, ਡਿਸਕਸ਼ਨ। ਨੈਕਸਟ ਆ ਗਿਆ ਜੀ ਪ੍ਰਿੰਸੀਪਲ। ਇਹ ਤਾਂ ਦੇਖੋ ਇੰਪੋਰਟੈਂਟ ਹੈ, ਜਿੱਥੇ ਸ਼ਬਦ ਆ ਗਿਆ ਨਾ ਪ੍ਰਿੰਸੀਪਲ, ਸੋ ਅਪਰੋਚ ਇੰਗਲਿਸ਼ ਦੇ ਵਿੱਚ ਪ੍ਰਿੰਸੀਪਲ ਆਫ ਟੀਚਿੰਗ ਇੰਗਲਿਸ਼, ਜਿਹੜਾ ਆਪਾਂ ਅਲੱਗ-ਅਲੱਗ ਕਲਾਸਾਂ ਲਗਾ ਚੁੱਕੇ ਹਾਂ, ਅਪਰੋਚ, ਮੈਥਡ, ਪ੍ਰਿੰਸੀਪਲ, ਇਹ ਸਭ ਦੀਆਂ ਆਪਾਂ ਕਲਾਸਿਸ ਲਗਾਈਆਂ ਨੇ, ਤਾਂ ਇਹ ਬੜੇ ਇੰਪੋਰਟੈਂਟ ਟੌਪਿਕ ਨੇ, ਇਹਨਾਂ ਦੇ ਵਿੱਚੋਂ ਕੁਐਸਚਨ ਆਉਣਾ ਤੈਅ ਹੈ। the principle of selection and gradation of words is based on, ਮਤਲਬ ਇੱਕ ਆਪਾਂ ਪ੍ਰਿੰਸੀਪਲ ਪੜ੍ਹਿਆ ਜੀ, ਪ੍ਰਿੰਸੀਪਲ ਆਫ ਸਿਲੈਕਸ਼ਨ ਐਂਡ ਗ੍ਰੇਡੇਸ਼ਨ, ਇਹ ਪੜ੍ਹ ਕੇ ਆਏ ਆਪਾਂ 11 ਪਾਰਟ ਦੇ ਵਿੱਚ। ਉਹ ਕਾਦੇ ਤੇ ਬੇਸ ਹੈ ਨਾ, ਉਹਦੇ ਵਿੱਚ ਕੀ ਕੁਝ ਹੁੰਦਾਗਾ। ਸੋ ਦੇਖੋ ਪਹਿਲੀ ਆਪਸ਼ਨ ਫ੍ਰੀਕੁਐਂਸੀ, ਰੇਂਜ, ਟੀਚੇਬਿਲਿਟੀ, ਆਲ ਆਫ ਦਾ ਅਬਵ। ਦੇਖੋ ਅਗਰ ਤੁਸੀਂ ਉਹ ਪ੍ਰਿੰਸੀਪਲ ਤੁਹਾਨੂੰ ਆਉਂਦਾਗਾ, ਹੁਣ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ, ਅਦਰਵਾਈਜ਼ ਵੀਡੀਓ ਬੜੀ ਲੰਬੀ ਹੋ ਜਾਏਗੀ, ਤਾਂ ਫ੍ਰੀਕੁਐਂਸੀ ਵੀ ਆਪਾਂ ਉਹਦੇ ਵਿੱਚ ਪੜ੍ਹੀ ਹੈ, ਰੇਂਜ ਵੀ ਆਪਾਂ ਉਹਦੇ ਵਿੱਚ ਪੜ੍ਹੀ ਹੈ, ਪ੍ਰਿੰਸੀਪਲ ਆਫ ਸਿਲੈਕਸ਼ਨ ਐਂਡ ਗ੍ਰੇਡੇਸ਼ਨ ਦੇ ਵਿੱਚ, ਠੀਕ ਹੈ। ਜਦੋਂ ਉੱਪਰ ਦੋ ਚੀਜ਼ਾਂ ਪੜ੍ਹੀਆਂ ਨੇ, ਟੀਚੇਬਿਲਿਟੀ ਵੀ ਪੜ੍ਹੀ ਹੈ, ਤਾਂ ਰਾਈਟ ਆਂਸਰ ਆਪਣੇ ਦੇ ਅਕੋਰਡਿੰਗ ਕੀ ਆਊਗਾ ਜੀ, ਸੋ ਇਹ ਸਾਰੀ ਉਹਦਾ ਪਾਰਟ ਨੇ ਇਹ ਉੱਪਰਲੇ ਤਿੰਨ। ਸੋ ਦਾ ਰਾਈਟ ਆਂਸਰ ਫॉर द क्वेश्चन नंबर 8 इज ऑल ऑफ द अबव, ऑप्शन डी।
हाँ जी, क्वेश्चन नंबर 9, विच ऑफ द फॉलोइंग इज नॉट एन एग्जांपल ऑफ एलिट्रेशन। देखो एक नवा शब्द आ गया जी, ਐਲੀਟ੍ਰੇਸ਼ਨ। ਪਹਿਲਾਂ ਤੈਨੂੰ ਸਮਝੋ ਕਿ ਹੁੰਦਾ ਕੀ ਹੈ, ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਇਹਦੇ ਵਿੱਚੋਂ ਕਿਹੜੀ ਐਗਜ਼ਾਮਪਲ ਨਹੀਂ ਹੈਗੀ ਐਲੀਟ੍ਰੇਸ਼ਨ ਦੀ। ਸੋ ਮੈਨੂਸਕ੍ਰਿਪਟ ਲਾ ਲਓ, ਐਲੀਟ੍ਰੇਸ਼ਨ ਲਾ ਲਓ। ਸੋ ਜਦੋਂ ਅਸੀਂ ਐਮਸੀਕਿਊ ਦੀਆਂ ਕਲਾਸਿਸ ਲੈ ਰਹੇ ਹੁੰਦੇ ਆ ਤਾਂ ਬਹੁਤ ਕੁਝ ਅਸੀਂ ਇੱਥੋਂ ਵੀ ਸਿੱਖਦੇ ਹਾਂ ਜੀ, ਬੜੇ ਛੋਟੇ ਛੋਟੇ ਪੁਆਇੰਟ ਜਿਹੜੇ ਹੁੰਦੇ ਨੇ। ਸੋ ਐਲੀਟ੍ਰੇਸ਼ਨ ਦਾ ਮਤਲਬ ਹੈਗਾ ਕਿ ਇੱਕ ਇਦਾਂ ਦੀ ਫਿਗਰ ਆਫ ਸਪੀਚ ਹੈ ਨਾ, ਜਾਂ ਕਹ ਲਓ ਇਦਾਂ ਦਾ ਸੈਂਟੈਂਸ ਹੈ, ਜਿਵੇਂ ਇੱਥੇ ਸੈਂਟੈਂਸ ਲਿਖੇ ਹੋਏ ਆ ਸਾਰੇ, ਜਿਸ ਦੇ ਵਿੱਚ ਕੀ ਹੋਊਗਾ ਕਿ ਸੇਮ ਸਾਊਂਡ ਜਿਹੜਾ ਹੈਗਾ, ਸੇਮ ਸਾਊਂਡ ਰਿਪੀਟ ਹੋਏਗਾ ਜੀ। same sound repeat in a group of words, है ना, in a group of words या in a sentence, इधर लिख लो। so the important word is same sound repeat, ਕਿ ਇੱਕੋ ਜਿਹਾ ਸਾਊਂਡ ਰਿਪੀਟ ਹੋਊਗਾ ਉਹ ਸੈਂਟੈਂਸ ਦੇ ਵਿੱਚ, ਤਾਂ ਉਹ ਜਿਹੜੀਆਂ ਐਗਜ਼ਾਮਪਲ ਨੇ ਉਹ ਐਲੀਟ੍ਰੇਸ਼ਨ ਦੀਆਂ ਹੋਣਗੀਆਂ, ਜਿਨ੍ਹਾਂ ਦੇ ਵਿੱਚ ਨਹੀਂ ਹੁੰਦਾ ਉਹ ਨਹੀਂ ਹੋਣਗੀਆਂ। ਸੋ ਇਹਨਾਂ ਦੇ ਵਿੱਚੋਂ ਪੁੱਛਿਆ ਇਹਨਾਂ ਨੇ ਕਿ ਕਿਹੜੀ ਐਗਜ਼ਾਮਪਲ ਨਹੀਂ ਹੈਗੀ ਐਲੀਟ੍ਰੇਸ਼ਨ ਦੀ। ਸੋ 3 ਹੋਣਗੀਆਂ, ਇੱਕ ਨਹੀਂ ਹੈਗੀ, ਉਹ ਆਪਾਂ ਦੇਖਣੀ ਆ। ਜਿਵੇਂ ਡੀ ਆਪਸ਼ਨ ਦੇਖੋ, ਲਿਟਲ ਲੈਰੀ, है ना, पहला एल आ गई, फिर एल आ गई। देखो लिटिल लैरी लाइक्स लिकिंग द स्टिकी लॉलीपॉप। सो देखो किन्ने बार एल वाला ਜਿਹੜਾ ਸਾਊਂਡ ਹੈ ਉਹ ਰਿਪੀਟ ਹੋਇਆ, ਹੈ ਨਾ, ਲਿਟਲ ਲੈਰੀ ਲਾਈਕਸ ਲਿਕਿੰਗ ਲੌਲੀਪੌਪ। ਸੋ ਕਿੰਨੇ ਵਾਰ ਆ ਗਿਆ, ਸੋ ਇਹ ਤਾਂ ਐਲੀਟ੍ਰੇਸ਼ਨ ਦੀ ਐਗਜ਼ਾਮਪਲ ਹੈਗੀ ਹੈ। ਅੱਗੇ ਦੇਖੋ ਦ ਬॉय buzzed around a busy as a bee। ਸੋ ਬੀ ਦੇਖੋ, ਬਿਜ਼ੀ ਦੇਖੋ, buzzed ਦੇਖੋ, ਬॉय ਦੇਖੋ। ਸੋ ਇਹ ਵੀ ਐਲੀਟ੍ਰੇਸ਼ਨ ਦੀ ਐਗਜ਼ਾਮਪਲ ਹੈ, ਠੀਕ ਹੈ। ਇਸ ਤੋਂ ਇਲਾਵਾ go and gather, ਦੇਖੋ ਜੀ ਦੇਖੋ, ਹੈ ਨਾ, ਦ ਗ੍ਰੀਨ ਲੀਵਸ ਔਨ ਦ ਗ੍ਰਾਸ। ਸੋ ਇਹਦੇ ਵਿੱਚ ਵੀ ਆ ਗਿਆ ਜੀ, ਇਹ ਵੀ ਐਲੀਟ੍ਰੇਸ਼ਨ ਦੀ ਐਗਜ਼ਾਮਪਲ ਹੈ। ਸੋ ਇਹ ਆਪਸ਼ਨ ਦੇਖੋ, ਇਹਦਾ ਮਤਲਬ ਇਹੀ ਬਚੀ ਉਹੀ ਆਪਣਾ ਰਾਈਟ ਆਂਸਰ ਹੋਊਗਾ ਕਿ ਐਲੀਟ੍ਰੇਸ਼ਨ ਦੀ ਐਗਜ਼ਾਮਪਲ ਨਹੀਂ ਹੈਗੀ। ਸੋ ਮੈਨ ਸੈਲ ਦ ਵੈਡਿੰਗ ਬੈਲਸ। ਸੋ ਸਾਰੇ ਅਲੱਗ-ਅਲੱਗ ਨੇ, ਦੇਖੋ ਐਮ ਐਸ, ਠੀਕ ਹੈ, ਡਬਲਯੂ ਬੀ, ਸਾਰੇ ਅਲੱਗ-ਅਲੱਗ ਨੇ, ਮਤਲਬ ਸੇਮ ਸਾਊਂਡ ਰਿਪੀਟ ਨਹੀਂ ਹੋਇਆ। ਸੋ ਇਹ ਐਗਜ਼ਾਮਪਲ ਨਹੀਂ ਹੈਗੀ ਐਲੀਟ੍ਰੇਸ਼ਨ ਦੀ। ਸੋ ਇਹ ਆਪਸ਼ਨ ਇਜ਼ ਦ ਕਰੈਕਟ ਵਨ। ਸੋ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜ਼ਿਆਦਾ ਟੈਕਨੀਕਲ ਵੇ ਨਾਲ ਨਹੀਂ ਦੱਸਿਆ ਤੁਹਾਨੂੰ, ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਸੈੱਟ ਹੋ ਜਾਏ ਵਟ ਇਜ਼ ਦ ਮੀਨ ਆਫ ਐਲੀਟ੍ਰੇਸ਼ਨ। 10th ਕੁਐਸਚਨ ਬੜਾ ਇੰਪੋਰਟੈਂਟ ਹੈ, ਸੀਸੀਈ, ਜਿਸ ਨੂੰ ਅਸੀਂ ਸੀਡੀਪੀ ਦੇ ਵਿੱਚ ਕਰਕੇ ਆਏ ਹਾਂ। ਸੋ ਬਹੁਤ ਸਾਰੇ ਟੌਪਿਕ ਅੱਜ ਦੀ ਆਪਣੀ ਕਲਾਸ ਦੇ ਇਦਾਂ ਦੇ ਨੇ, ਜਿਵੇਂ ਬ੍ਰੇਨਸਟਾਰਮਿੰਗ ਹੋ ਗਿਆ ਜੀ, ਸੀਸੀਯੂ ਹੋ ਗਿਆ। ਇਸ ਤੋਂ ਇਲਾਵਾ ਕੁਝ ਮੈਥਡ ਹੋ ਗਏ ਜਿਹੜੇ ਬੜੇ ਕਾਮਨ ਨੇ, ਕਿ ਅਗਰ ਤੁਹਾਨੂੰ ਸੀਡੀਪੀ ਦੇ ਵਿੱਚ ਨਾ ਆਏ ਤਾਂ ਉਹ ਕੁਐਸਚਨ ਤੁਹਾਨੂੰ ਡੈਫੀਨੇਟਲੀ 100% ਸਬਜੈਕਟ ਪੈਡਾਗੋਜੀ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਦਾ ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਇਜ਼। ਸੋ ਅਗਰ ਤੁਹਾਨੂੰ ਇਹ ਕਲਾਸ ਵਧੀਆ ਲੱਗ ਰਹੀ ਹੈ ਤਾਂ ਜਰੂਰ ਇਹਨੂੰ ਲਾਈਕ ਕਰ ਦਿਓ ਜੀ, ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਗਰੁੱਪਸ ਦੇ ਵਿੱਚ, ਵੱਧ ਤੋਂ ਵੱਧ ਸਾਥੀਆਂ ਤੱਕ ਜਿਹੜਾ ਹੈਗਾ ਸ਼ੇਅਰ ਜਰੂਰ ਕਰ ਦਿਓ, ਤਾਂ ਕਿ ਵੱਧ ਤੋਂ ਵੱਧ ਬੱਚੇ ਇਹਨਾਂ ਫ੍ਰੀ ਵੀਡੀਓਜ਼ ਦਾ ਲਾਹਾ ਲੈ ਸਕਣ ਅਤੇ ਆਪਣੇ ਐਗਜ਼ਾਮ ਦੀ ਤਿਆਰੀ ਜਿਹੜੀ ਹੈ ਉਹ ਕਰ ਸਕਣ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਦਿਓ, ਤਾਂ ਕਿ ਇਦਾਂ ਦੀਆਂ ਵੀਡੀਓਜ਼ ਬਹੁਤ ਜਲਦੀ ਤੁਹਾਡੇ ਲਈ ਹੋਰ ਲੈ ਕੇ ਆਈਏ, ਕਿਉਂਕਿ ਪੇਪਰ ਦਾ ਸਮਾਂ ਬੜਾ ਨਜ਼ਦੀਕ ਆ ਗਿਆ ਹੁਣ। ਬਹੁਤ ਜਲਦੀ ਅਸੀਂ ਸਿਲੇਬਸ ਨੂੰ ਕੰਪਲੀਟ ਕਰਨ ਵਾਲੇ ਹਾਂ, 15 ਤੱਕ ਜਿਹੜਾ ਹੈਗਾ 16 ਤੱਕ ਕੰਪਲੀਟ ਹੋ ਜਾਏਗਾ, ਤਾਂ ਕਿ ਤੁਹਾਡਾ ਬਾਅਦ ਦੇ ਵਿੱਚ ਰਿਵੀਜ਼ਨ ਨੂੰ ਵੀ ਟਾਈਮ ਮਿਲੇ। ਸੋ 10th ਕੁਐਸਚਨ ਦੇਖਦੇ ਹਾਂ, ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ। ਸੋ ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਇਜ਼, ਕੀ ਹੁੰਦੀ ਆ ਉਹ? ਅਸੈਸਮੈਂਟ ਆਫ ਲਰਨਰਸ ਵਾਈਲ ਲਰਨਿੰਗ। ਕਹਿੰਦੇ ਜਦੋਂ ਉਹ ਕੁਝ ਲਰਨ ਕਰ ਰਹੇ ਹੁੰਦੇ ਉਦੋਂ ਉਹਨਾਂ ਦੀ ਅਸੈਸਮੈਂਟ ਕਰਨੀ। ਪੈਰੀਓਡਿਕ ਕੰਡਕਟ ਆਫ ਐਗਜ਼ਾਮਸ, ਮਤਲਬ ਕਿਸੇ ਫਿਕਸ ਸਮੇਂ ਤੇ ਐਗਜ਼ਾਮ ਕੰਡਕਟ ਕਰਨੇ, ਜਿਵੇਂ ਆਪਣੇ ਹੁੰਦੇ ਆ ਮਿਡ ਟਰਮ ਦੇ ਅਕਤੂਬਰ 'ਚ ਹੋ ਗਏ, ਫਾਈਨਲ ਮਾਰਚ ਹੋ ਗਏ, ਇਸ ਤਰੀਕੇ ਨਾਲ। ਕੰਟੀਨਿਊਸ ਟੈਸਟਿੰਗ, ਕਿ ਬੱਚਿਆਂ ਦੀ ਕੰਟੀਨਿਊਸ ਟੈਸਟਿੰਗ ਕਰੀ ਜਾਣੀ ਹੈ, ਲਗਾਤਾਰ ਟੈਸਟ ਵਗੈਰਾ ਲਈ ਜਾਣੇ ਆ। ਫਿਰ ਕੰਟੀਨਿਊਸ ਅਸੈਸਮੈਂਟ, ਹੈ ਨਾ। ਸੋ ਦੇਖਣ ਨੂੰ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਰੀਆਂ ਚੀਜ਼ਾਂ ਅਸੀਂ ਸੀਸੀਈ ਦੇ ਵਿੱਚ ਪੜ੍ਹੀਆਂ ਨੇ, ਬਟ ਇਹਦੇ ਵਿੱਚੋਂ ਅਸੀਂ ਇਹ ਦੇਖਣਾ ਕਿ ਕਿਹੜੀ ਆਪਸ਼ਨ ਜ਼ਿਆਦਾ ਸਹੀ ਹੈ, ਕਿਹੜੀ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਰਹੀ ਹੈ ਸੀਸੀਈ ਨੂੰ, ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਨੂੰ। ਸੋ ਦਾ ਰਾਈਟ ਆਂਸਰ ਹੇਅਰ ਕੀ ਆਏਗਾ ਜੀ? ਕੰਟੀਨਿਊਸ ਅਸੈਸਮੈਂਟ। ਸੋ ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਦਾ ਕੀ ਮਤਲਬ ਹੈ ਕਿ ਬੱਚੇ ਦੀ ਅਸੀਂ ਕੰਟੀਨਿਊਸ ਪੂਰਾ ਸਾਲ ਅਸੈਸਮੈਂਟ ਕਰਨੀ ਹੈ। ਅਸੈਸਮੈਂਟ ਦਾ ਮਤਲਬ ਸਿਰਫ ਟੈਸਟਾਂ ਨਾਲ ਹੀ ਨਹੀਂ ਹੈਗਾ, ਸਿਰਫ ਐਗਜ਼ਾਮਾਂ ਨਾਲ ਹੀ ਨਹੀਂ ਹੈਗਾ, ਠੀਕ ਹੈ, ਇਹਦੇ ਵਿੱਚ ਸਾਰਾ ਕੁਝ ਹੀ ਕਵਰ ਹੋ ਜਾਂਦਾ ਹੈਗਾ। ਸੋ ਦੇਖੋ ਅਗਰ ਸੀ ਆਪਸ਼ਨ ਦੇਖੀਏ ਤਾਂ ਇਹਦੇ ਵਿੱਚ ਟੈਸਟਿੰਗ ਲਿਖਿਆ, ਬੀ ਦੇ ਵਿੱਚ ਐਗਜ਼ਾਮ ਲਿਖਿਆ। ਸੋ ਇਹਦੇ ਵਿੱਚ ਮੈਂਸ਼ਨ ਕਰਤਾ ਵਾਈਲ ਲਰਨਿੰਗ, ਠੀਕ ਹੈ, ਅਸੈਸਮੈਂਟ ਤਾਂ ਕਰਨੀ ਹੈ ਵਾਈਲ ਲਰਨਿੰਗ। ਤੋਂ ਮਤਲਬ ਇਹਦੇ ਵਿੱਚ ਇਹ ਹੁੰਦਾ ਕਿ ਪੂਰਾ 360 ਡਿਗਰੀ ਜਿਹੜੀ ਬੱਚੇ ਦੀ ਅਸੈਸਮੈਂਟ ਕਰਨੀ ਹੈ ਹਰ ਸਮੇਂ। ਸੋ ਇਹਦਾ ਰਾਈਟ ਆਂਸਰ ਕੀ ਆਏਗਾ ਜੀ? ਇਹਦਾ ਆਪਸ਼ਨ ਡੀ ਆਏਗਾ, ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਇਜ਼ ਕੰਟੀਨਿਊਸ ਅਸੈਸਮੈਂਟ। ਸੋ ਜ਼ਿਆਦਾ ਵੇਟੇਜ ਵਾਲਾ ਆਂਸਰ ਆਪਸ਼ਨ ਡੀ ਹੈ। ਸੋ ਇਹ ਸੀ ਆਪਣੇ 10 MCQ ਅੱਜ ਦੇ। ਹੋਪਫੁਲੀ ਤੁਹਾਨੂੰ ਇਹ ਸਮਝ ਆਏ ਹੋਣਗੇ, ਅਤੇ ਥੋੜੇ ਜਿਹੇ ਤੁਸੀਂ ਜਰੂਰ ਆਪਣੇ ਜੋ 11 ਪਾਰਟ ਜਿਨ੍ਹਾਂ ਨੇ ਨੋਟ ਕੀਤੇ ਉਹਨਾਂ ਦੇ ਵਿੱਚ ਨਵੇਂ ਟੌਪਿਕ, ਇਹਦੇ ਵਿੱਚੋਂ ਐਲੀਟ੍ਰੇਸ਼ਨ, ਬ੍ਰੇਨਸਟਾਰਮਿੰਗ, ਠੀਕ ਹੈ ਜੀ, ਮੈਨੂਸਕ੍ਰਿਪਟ, ਚਲੋ ਬ੍ਰੇਨਸਟਾਰਮਿੰਗ ਤਾਂ ਆਪਾਂ ਕੀਤੀ ਹੋਏਗਾ। ਸੋ ਇਦਾਂ ਦੇ ਟੌਪਿਕ ਜਰੂਰ ਉਹਦੇ ਵਿੱਚ ਐਡ ਕਰਦੇ ਜਾਇਓ, ਠੀਕ ਹੈ। ਇਹਦੇ ਨਾਲ ਤੁਹਾਡਾ ਕੋਈ ਵੀ ਇਦਾਂ ਦਾ ਟੌਪਿਕ ਨਹੀਂ ਰਹਿਣਾ ਜੋ ਮਿਸ ਹੋਵੇ, ਤੇ ਇਹਦੇ ਵਿੱਚੋਂ ਹੀ ਤੁਹਾਨੂੰ MCQ ਜਿਹੜੇ ਹੈਗੇ ਨੇ ਪੇਪਰ ਦੇ ਵਿੱਚ, ਜਾਂ ਇਸ ਤਰ੍ਹਾਂ ਦੇ MCQ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ।
So that's all for today, ji. So thank you so much for watching.